ਹਾਂਜੀ ਬੇਟੇ, ਅੱਜ ਅਸੀਂ ਕਰਾਂਗੇ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ 1839 ਦੇ ਵਿੱਚ, ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਅਸ਼ਾਂਤੀ ਜਿਹੜੀ ਉਹ ਫੈਲ ਗਈ ਸੀ। ਜਦੋਂ ਇਹ ਅਸ਼ਾਂਤੀ ਫੈਲੀ ਅੰਗਰੇਜ਼ਾਂ ਨੇ ਦੇਖੀ ਤਾਂ ਉਹ ਇਹਨਾਂ ਦਾ ਪੂਰਾ ਲਾਭ ਉਠਾਉਣ ਦੇ ਵਿੱਚ ਸਫਲ ਰਹੇ। ਜਿਵੇਂ ਕਿ ਉਹਨਾਂ ਨੇ ਫਿਰੋਜ਼ਪੁਰ, ਲੁਧਿਆਣਾ, ਲਾਹੌਰ ਜੋ ਰਾਜ ਸੀ, ਇਹਨਾਂ ਦੇ ਨੇੜੇ ਤੇੜੇ ਦੇ ਜੋ ਮਹੱਤਵਪੂਰਨ ਸਥਾਨ ਸੀ, ਉਹਨਾਂ ਉੱਤੇ ਆਪਣੀ ਸੈਨਿਕ ਸ਼ਕਤੀ ਜਿਹੜੀ ਬਹੁਤ ਵਧਾ ਲਈ ਸੀ ਅੰਗਰੇਜ਼ਾਂ ਨੇ। ਲਾਹੌਰ ਰਾਜ ਉੱਤੇ ਅਧਿਕਾਰ ਜਮਾਉਣ ਦੀਆਂ ਜਿਹੜੀਆਂ ਉਹ ਸਕੀਮਾਂ ਬਣਾਉਣ ਲੱਗੇ ਸੀ। 1843 ਦੇ ਵਿੱਚ ਸਿੰਧ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਲ ਕਰਨ ਦੇ ਪਿੱਛੋਂ ਜੋ ਅੰਗਰੇਜ਼ ਗਵਰਨਰ ਸੀ ਜਨਰਲ ਲਾਰਡ ਐਲਨਬਰਾ ਨੇ ਸਿੱਖਾਂ ਨਾਲ ਯੁੱਧ ਕਰਨ ਦੀਆਂ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਸੀ। ਉਸ ਨੂੰ ਛੇਤੀ ਹੀ ਪਿੱਛੋਂ ਵਾਪਸ ਇੰਗਲੈਂਡ ਹੈ ਜਿਹੜਾ ਉਹ ਬੁਲਾ ਲਿਆ ਸੀ। ਤਾਂ ਇਸ ਤੋਂ ਬਾਅਦ ਜਦੋਂ ਲਾਰਡ ਐਲਨਬਰਾ ਨੂੰ ਇੰਗਲੈਂਡ ਬੁਲਾਇਆ ਗਿਆ ਤਾਂ ਉਸ ਦੀ ਥਾਂ 'ਤੇ ਲਾਰਡ ਹਾਰਡਿੰਗ ਨੂੰ, ਜੋ ਇੱਕ ਬਹਾਦਰ ਯੋਧਾ ਅਤੇ ਸਹਿਯੋਗ ਸੀ, ਸੈਨਾਪਤੀ ਸੀ ਦੇ ਰੂਪ ਦੇ ਵਿੱਚ ਪ੍ਰਸਿੱਧ ਸੀ, ਭਾਰਤ ਦਾ ਗਵਰਨਰ ਹੈ ਜਿਹੜਾ ਉਹ ਨਿਯੁਕਤ ਕਰ ਦਿੱਤਾ ਗਿਆ। ਉਸਨੇ ਐਲਨਬਰਾ ਦੀ ਨੀਤੀ 'ਤੇ ਚੱਲਦਿਆਂ ਹੋਇਆਂ ਸਿੱਖਾਂ ਵਿਰੁੱਧ ਯੁੱਧ ਕਰਨ ਦੀਆਂ ਤਿਆਰੀਆਂ ਜਿਹੜੀ ਉਹ ਜਾਰੀ। ਦੂਜੇ ਪਾਸੇ ਜੋ ਸਿੱਖ ਸੈਨਾ ਸੀ, ਜਿਸ ਦੀ ਸ਼ਕਤੀ ਲਾਹੌਰ ਰਾਜ ਵਿੱਚ ਬਹੁਤ ਵੱਧ ਗਈ ਸੀ, ਅੰਗਰੇਜ਼ਾਂ ਦੀਆਂ ਜੋ ਸਾਮਰਾਜਵਾਦੀ ਯੋਜਨਾਵਾਂ ਸੀ ਉਹਨਾਂ ਦੇ ਕਾਰਨ ਉਹਨਾਂ ਦੇ ਵਿਰੁੱਧ ਹੋ ਗਈ ਸੀ। ਜਿਵੇਂ ਲਾਲ ਸਿੰਘ ਅਤੇ ਤੇਜ ਸਿੰਘ ਨੇ ਵੀ ਸਿੱਖ ਸੈਨਾ ਨੂੰ ਆਪਣੀ ਸਵਾਰਥ ਦੇ ਲਈ ਅੰਗਰੇਜ਼ਾਂ ਦੇ ਵਿਰੁੱਧ ਬਹੁਤ ਭੜਕਾਇਆ ਸੀ। ਉਸ ਨੂੰ ਸਤਲੁਜ ਦਰਿਆ ਪਾਰ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਪ੍ਰਕਾਰ ਦਸੰਬਰ 1845 ਦੇ ਵਿੱਚ ਪਹਿਲਾ ਐਂਗਲੋ ਸਿੱਖ ਯੁੱਧ ਸ਼ੁਰੂ ਹੋਇਆ, ਜੋ ਫਰਵਰੀ 1846 ਈਸਵੀ ਤੱਕ ਚੱਲਦਾ ਰਿਹਾ। ਇਸ ਯੁੱਧ ਦੇ ਵਿੱਚ ਸਿੱਖ ਸੈਨਾ ਨਾਇਕ ਸੀ ਜਿਹੜੇ ਗਦਾਰ ਸਿੱਧ ਹੋਏ, ਜਿਸ ਕਾਰਨ ਸਿੱਖ ਸੈਨਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਯੁੱਧ ਦੇ ਪਿੱਛੋਂ ਜੋ ਲਾਰਡ ਹਾਰਡਿੰਗ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਲ ਕਰਨਾ ਚੰਗਾ ਨਾ ਸਮਝਿਆ। ਉਸਨੇ ਕੇਵਲ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਾਲੇ ਇਲਾਕਿਆਂ ਨੂੰ ਈਸਟ ਇੰਡੀਆ ਕੰਪਨੀ ਦੇ ਭਾਰਤੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਸੀ। ਜੋ ਲਾਰਡ ਹਾਰਡਿੰਗ ਦੇ ਪਿੱਛੋਂ ਜਨਵਰੀ 1848 ਦੇ ਵਿੱਚ ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਬਣਿਆ। ਉਹ ਪਹਿਲੇ ਦਰਜੇ ਦਾ ਸਾਮਰਾਜਵਾਦੀ ਸੀ, ਜੋ ਵੱਧ ਤੋਂ ਵੱਧ ਇਲਾਕਿਆਂ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਉੱਤੇ ਵਿਸ਼ਵਾਸ ਰੱਖਦਾ ਸੀ। ਉਸ ਨੇ ਲਾਹੌਰ ਵਿਖੇ ਜੋ ਬ੍ਰਿਟਿਸ਼ ਰੈਜ਼ੀਡੈਂਟ ਨਾਲ ਸਲਾਹ ਕਰਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਸੀ। ਮੁਲਤਾਨ ਅਤੇ ਹਜ਼ਾਰੇ ਦੇ ਵਿੱਚ ਹੋਈਆਂ ਜੋ ਬਗਾਵਤਾਂ ਕਰਕੇ ਉਸ ਨੂੰ ਆਪਣੀ ਯੋਜਨਾ ਨੂੰ ਅਮਲੀ ਰੂਪ ਦੇਣ ਦਾ ਬਹਾਨਾ ਮਿਲ ਗਿਆ ਸੀ। ਇਸ ਦੇ ਲਈ ਨਵੰਬਰ 1848 ਦੇ ਵਿੱਚ ਉਸਨੇ ਸਿੱਖਾਂ ਵਿਰੁੱਧ ਬਿਨਾਂ ਜੰਗ ਦਾ ਐਲਾਨ ਕੀਤੇ ਯੁੱਧ ਹੈ ਜਿਹੜਾ ਉਹ ਆਰੰਭ ਕਰ ਦਿੱਤਾ ਸੀ। ਹੁਣ ਅਸੀਂ ਕਰਾਂਗੇ ਕਿ ਅੰਗਰੇਜ਼ਾਂ ਅਤੇ ਸਿੱਖਾਂ ਦਾ ਪਹਿਲਾ ਯੁੱਧ 1845 ਤੋਂ 46 ਈਸਵੀ ਤੱਕ। ਇਸ ਦੇ ਕਾਰਨ ਕੀ ਸੀ ਕਿ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ। ਅੰਗਰੇਜ਼ਾਂ ਅਤੇ ਸਿੱਖਾਂ ਦੇ ਪਹਿਲੇ ਯੁੱਧ ਦਾ ਮੂਲ ਕਾਰਨ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ ਸੀ। ਜੋ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਸੀ, ਜੋ ਭਾਰਤ ਵਿੱਚ ਵਪਾਰ ਕਰਨ ਦੇ ਉਦੇਸ਼ ਨਾਲ ਸਥਾਪਿਤ ਹੋਈ ਸੀ, ਭਾਰਤ ਆਈ ਸੀ। ਪਲਾਸੀ ਦੀ ਲੜਾਈ ਦੇ ਸਿੱਟੇ ਵਜੋਂ ਇੱਕ ਰਾਜਨੀਤਿਕ ਸੰਸਥਾ ਜਿਹੜੀ ਉਹ ਬਣ ਗਈ ਸੀ, ਈਸਟ ਇੰਡੀਆ ਕੰਪਨੀ। ਇਸ ਦੇ ਪਿੱਛੋਂ ਅੰਗਰੇਜ਼ਾਂ ਦੀ ਇਹ ਨੀਤੀ ਸੀ ਕਿ ਜਾਇਜ਼ ਜਾਂ ਨਜਾਇਜ਼ ਢੰਗਾਂ ਨਾਲ ਵੱਧ ਤੋਂ ਵੱਧ ਜਿਹੜੇ ਭਾਰਤੀ ਪ੍ਰਦੇਸ਼ਾਂ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੀ ਸਥਾਪਨਾ ਅਤੇ ਇਸ ਦਾ ਵਿਸਥਾਰ ਹੈ ਜਿਹੜਾ ਉਹ ਕੀਤਾ ਜਾਵੇ। 1843 ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਛੱਡ ਕੇ ਲਗਭਗ ਸਾਰੇ ਭਾਰਤ ਉੱਤੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਬ੍ਰਿਟਿਸ਼ ਸਰਵਉੱਚਤਾ ਸਥਾਪਿਤ ਜਿਹੜੀ ਉਹ ਕਰ ਲਈ ਸੀ ਅੰਗਰੇਜ਼ਾਂ ਨੇ। ਇਸ ਉਪਰੰਤ ਉਹ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ। ਅੰਗਰੇਜ਼ਾਂ ਦੀ ਲਾਹੌਰ ਰਾਜ ਉੱਤੇ ਘੇਰਾ ਪਾਉਣ ਦੀ ਨੀਤੀ। ਪਹਿਲਾ ਸੀ ਕਿ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ, ਦੂਸਰਾ ਹੈ ਅੰਗਰੇਜ਼ਾਂ ਦੀ ਲਾਹੌਰ ਰਾਜ ਉੱਤੇ ਘੇਰਾ ਪਾਉਣ ਦੀ ਨੀਤੀ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਹੀ ਲਾਹੌਰ ਰਾਜ ਉੱਤੇ ਘੇਰਾ ਪਾਉਣ ਦੀ ਜਿਹੜੀ ਨੀਤੀ ਹੈ ਉਹ ਅਪਣਾ ਲਈ ਸੀ। 1831 ਦੇ ਵਿੱਚ ਜਦੋਂ ਮਹਾਰਾਜੇ ਨੇ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕਰ ਲਈ ਸੀ, ਤਾਂ ਉਹਨਾਂ ਨੇ ਇਸ ਦੀ ਵਧਦੀ ਹੋਈ ਸ਼ਕਤੀ ਦੇ ਉੱਤੋਂ ਰੋਕ ਲਗਾਉਣ ਦਾ ਫੈਸਲਾ ਕੀਤਾ ਸੀ ਅੰਗਰੇਜ਼ਾਂ ਨੇ।
ਉਹਨਾਂ ਨੇ ਇਹ ਯੋਜਨਾ ਬਣਾਈ ਸੀ ਕਿ ਜਾਂ ਤਾਂ ਆਪਣੇ ਇਲਾਕਿਆਂ ਰਾਹੀਂ ਜਾਂ ਫਿਰ ਉਹਨਾਂ ਹਾਕਮਾਂ ਦੇ ਪ੍ਰਦੇਸ਼ਾਂ ਰਾਹੀਂ ਜੋ ਉਸ ਇਲਾਕੇ ਦੇ ਮਹਾਰਾਜੇ ਦੇ ਅਧੀਨ ਨੇ ਰਣਜੀਤ ਸਿੰਘ ਦੇ ਰਾਜ ਨੂੰ ਸਭ ਪਾਸਿਓਂ ਘੇਰ ਲਿਆ ਜਾਵੇ, ਤਾਂ ਜੋ ਜਦੋਂ ਵੀ ਉਹ ਚਾਹੁਣ ਪੰਜਾਬ ਉੱਤੇ ਸੌਖਾ ਹੀ ਕਬਜ਼ਾ ਜਿਹੜਾ ਕਰ ਸਕਦੇ ਹਨ। ਇਸ ਲਈ 1835 ਦੇ ਵਿੱਚ ਉਹਨਾਂ ਨੇ ਫਿਰੋਜ਼ਪੁਰ ਉੱਤੇ ਕਬਜ਼ਾ ਸੀ ਜਿਹੜਾ ਉਹ ਕਰ ਲਿਆ ਸੀ। 1838 ਦੇ ਵਿੱਚ ਉੱਥੇ ਸੈਨਿਕ ਛਾਉਣੀ ਹੈ ਕਾਇਮ ਕਰ ਦਿੱਤੀ ਸੀ ਅੰਗਰੇਜ਼ਾਂ ਨੇ। ਤਾਂ ਤੀਸਰਾ ਪੁਆਇੰਟ ਹੈ ਪਹਿਲੇ ਯੁੱਧ ਦਾ ਕਾਰਨ ਕੀ ਹੈ ਕਿ ਪਹਿਲੇ ਅਫਗਾਨ ਯੁੱਧ ਦੇ ਵਿੱਚ ਅੰਗਰੇਜ਼ਾਂ ਦੀ ਵਿਨਾਸ਼ਕਾਰੀ ਅਸਫਲਤਾ। ਜੋ ਪਹਿਲੇ ਐਂਗਲੋ ਅਫਗਾਨ ਯੁੱਧ ਦੌਰਾਨ ਜੋ ਸ਼ੁਰੂ ਦੇ ਵਿੱਚ ਤਾਂ ਅੰਗਰੇਜ਼ਾਂ ਨੂੰ ਕੁਝ ਸਫਲਤਾ ਪ੍ਰਾਪਤ ਹੋ ਗਈ ਸੀ। ਉਹਨਾਂ ਨੇ ਦੋਸਤ ਮੁਹੰਮਦ ਖਾਨ ਨੂੰ ਭਾਜ ਦਿੱਤੀ ਸੀ, ਹਰਾ ਦਿੱਤਾ ਸੀ, ਅਤੇ ਉਸ ਦੀ ਥਾਂ 'ਤੇ ਸ਼ਾਹ ਸੁਜਾ ਨੂੰ ਅਫਗਾਨਿਸਤਾਨ ਦਾ ਹਾਕਮ ਹੈ ਜਿਹੜਾ ਉਹ ਅੰਗਰੇਜ਼ਾਂ ਨੇ ਬਣਾ ਦਿੱਤਾ ਸੀ। ਪਰ ਨਵੰਬਰ 1841 ਦੇ ਵਿੱਚ ਅਫਗਾਨਾਂ ਨੇ ਦੋਸਤ ਮੁਹੰਮਦ ਖਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਹੇਠ ਵਿਦਰੋਹ ਕਰ ਦਿੱਤਾ ਸੀ। ਜਿਹੜੇ ਅੰਗਰੇਜ਼ ਵਿਦਰੋਹੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ ਸੀ। ਬਰਨਸ ਤੇ ਮੈਕ ਨਾਟਨ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਸੀ। ਜਨਵਰੀ 1842 ਦੇ ਵਿੱਚ ਅੰਗਰੇਜ਼ਾਂ ਦੇ 16,000 ਸੈਨਿਕਾਂ ਨੇ ਕਾਬਲ ਛੱਡ ਕੇ ਜਲਾਲਾਬਾਦ ਨੂੰ ਵਾਪਸੀ ਦਾ ਰਾਹ ਫੜ ਲਿਆ ਸੀ। ਚੌਥਾ ਕਾਰਨ ਇਹ ਹੈ ਕਿ ਅੰਗਰੇਜ਼ਾਂ ਦਾ ਸਿੰਧ ਉੱਤੇ ਅਧਿਕਾਰ 1842 ਦੇ ਵਿੱਚ ਦੇ ਆਰੰਭ ਦੇ ਵਿੱਚ ਜੋ ਲਾਰਡ ਆਕਲੈਂਡ ਹੈ ਉਸ ਦੀ ਥਾਂ 'ਤੇ ਲਾਰਡ ਐਲਨਬਰਾ ਸੀ ਜਿਹੜਾ ਉਹ ਭਾਰਤ ਦਾ ਗਵਰਨਰ ਬਣਿਆ ਸੀ। ਜੋ ਅਫਗਾਨ ਯੁੱਧ ਸੀ ਉਸ ਦੀ ਸਮਾਪਤੀ ਦੇ ਪਿੱਛੋਂ ਜੋ ਐਲਨਬਰਾ ਸੀ ਉਸਨੇ ਸਿੰਧ ਉੱਤੇ ਕਬਜ਼ਾ ਕਰਨ ਦਾ ਜਿਹੜਾ ਫੈਸਲਾ ਕੀਤਾ ਸੀ। ਇਸ ਦਾ ਕਾਰਨ ਇਹ ਸੀ ਕਿ ਅਫਗਾਨ ਯੁੱਧ ਦੇ ਦੌਰਾਨ ਅੰਗਰੇਜ਼ਾਂ ਨੇ ਸਿੰਧ ਦੀ ਸੈਨਿਕ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ, ਕਿਉਂਕਿ ਜੋ ਸਿੰਧ ਦੇ ਰਾਹ ਤੋਂ ਹੀ ਅੰਗਰੇਜ਼ਾਂ ਦੀ ਸੈਨਾ ਨੇ ਅਫਗਾਨਿਸਤਾਨ ਉੱਤੇ ਚੜ੍ਹਾਈ ਕਰਨੀ ਸੀ। ਅੱਗੇ ਹੈ ਕਿ ਅੰਗਰੇਜ਼ਾਂ ਦਾ ਕੈਥਲ ਉੱਤੇ ਕਬਜ਼ਾ। ਜੋ ਲਾਰਡ ਐਲਨਬਰਾ ਸੀ ਉਸਨੇ ਕੈਥਲ ਦੇ ਹਾਕਮ ਸੀ ਜਿਹੜਾ ਭਾਈ ਉਦੈ ਸਿੰਘ ਦੀ ਮੌਤ ਤੋਂ ਬਾਅਦ ਅਪ੍ਰੈਲ 1843 ਵਿੱਚ ਇਸ ਸਿੱਖ ਰਿਆਸਤ ਨੂੰ ਇਸ ਬਹਾਨੇ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ ਕਿ ਉਦੈ ਸਿੰਘ ਦਾ ਕੋਈ ਪੁੱਤਰ ਨਹੀਂ ਹੈ। ਇਸ ਘਟਨਾ ਕਾਰਨ ਹੀ ਸਿੱਖ ਸੀ ਜਿਹੜੇ ਉਹ ਗੁੱਸੇ ਦੇ ਵਿੱਚ ਭਟਕ ਉੱਠੇ ਅਤੇ ਅੰਗਰੇਜ਼ਾਂ ਦੇ ਹੋਰ ਵੀ ਵਿਰੁੱਧ ਸੀ ਹੋ ਗਏ। ਅੱਗੇ ਹੈ ਕਿ ਐਲਨਬਰਾ ਦੀ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ। ਸਿੰਧ ਅਤੇ ਕੈਥਲ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਦੇ ਪਿੱਛੋਂ ਜੋ ਐਲਨਬਰਾ ਸੀ ਉਸਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਅਮਲੀ ਰੂਪ ਦੇਣ ਦੇ ਲਈ ਉਸਨੇ ਬਹੁਤ ਸੈਨਿਕ ਤਿਆਰੀਆਂ ਕੀਤੀਆਂ ਸੀ। ਉਸਦੇ ਅਨੁਭਵ ਕੀਤਾ ਸੀ ਕਿ ਸਿੱਖਾਂ ਨੂੰ ਹਾਰ ਦੇਣ ਦੇ ਲਈ 18 ਮਹੀਨਿਆਂ ਦੇ ਲਈ ਜੋ ਸੈਨਿਕ ਤਿਆਰੀਆਂ ਨੇ ਉਹ ਕਰਨੀਆਂ ਚਾਹੀਦੀਆਂ ਹਨ। ਉਸਨੇ 15 ਫਰਵਰੀ 1844 ਦੇ ਵਿੱਚ ਇੱਕ ਚਿੱਠੀ ਦੇ ਵਿੱਚ ਡਿਊਕ ਆਫ ਵੈਲਿੰਗਟਨ ਨੂੰ ਲਿਖਿਆ। ਮੈਨੂੰ ਉਹ ਕੀ ਕਹਿੰਦਾ ਐਲਨਬਰਾ ਕਿ ਮੈਨੂੰ ਉਮੀਦ ਹੈ ਕਿ ਸਾਨੂੰ ਅਗਲੇ ਦਸੰਬਰ ਦੇ ਵਿੱਚ ਸਤਲੁਜ ਪਾਰ ਨਹੀਂ ਕਰਨਾ ਪਏਗਾ। ਅੰਗਰੇਜ਼ਾਂ ਅਤੇ ਸਿੱਖਾਂ ਦੇ ਪਹਿਲੇ ਯੁੱਧ ਦਾ ਇੱਕ ਕਾਰਨ ਹੋਰ ਹੈ ਕਿ ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ। ਜੋ ਐਲਨਬਰਾ ਸੀ ਅੰਗਰੇਜ਼ ਉਸ ਦੀ ਨੀਤੀ ਉੱਤੇ ਚੱਲਦਿਆਂ ਜੋ ਲਾਰਡ ਹਾਰਡਿੰਗ ਸੀ ਉਸਨੇ ਸਿੱਖਾਂ ਨਾਲ ਯੁੱਧ ਕਰਨ ਦੀਆਂ ਤਿਆਰੀਆਂ ਜਿਹੜੀਆਂ ਉਹ ਜਾਰੀ ਰੱਖੀਆਂ। ਉਸਨੇ ਪੰਜਾਬ ਦੀਆਂ ਸਰਹੱਦਾਂ ਉੱਤੇ ਖਾਸ ਕਰਕੇ ਫਿਰੋਜ਼ਪੁਰ ਹੋ ਗਿਆ, ਲੁਧਿਆਣਾ, ਅੰਬਾਲਾ ਅਤੇ ਮੇਰਠ ਦੇ ਵਿੱਚ ਸੈਨਿਕਾਂ ਅਤੇ ਤੋਪਾਂ ਦੀ ਗਿਣਤੀ ਜਿਹੜੀ ਉਹ ਕਾਫੀ ਵਧਾ ਦਿੱਤੀ ਸੀ। ਤਾਂ ਇਸ ਤੋਂ ਇਹ ਅਨੁਮਾਨ ਲੱਗਿਆ ਸੀ ਕਿ ਐਲਨਬਰਾ ਦੇ ਸ਼ਾਸਨ ਕਾਲ ਦਾ ਅੰਤ ਦੇ ਵਿੱਚ 4 ਥਾਵਾਂ ਵਿਖੇ ਸੈਨਿਕਾਂ ਦੀ ਕੁੱਲ ਗਿਣਤੀ ਹੈ ਜਿਹੜੀ 17,612 ਸੀ ਅਤੇ ਹਾਰਡਿੰਗ ਨੇ ਆਪਣੇ ਸ਼ਾਸਨ ਕਾਲ ਦੇ 16 ਮਹੀਨਿਆਂ ਦੇ ਪਿੱਛੋਂ ਇਸ ਨੂੰ ਵਧਾ ਕੇ 40,523 ਸੀ ਜਿਹੜੀ ਉਹ ਕਰ ਦਿੱਤੀ ਸੀ। ਅੱਗੇ ਕਿ ਸੁਚੇਤ ਸਿੰਘ ਦੇ ਖਜ਼ਾਨੇ ਦਾ ਮੁਆਮਲਾ। ਜੋ ਡੋਗਰ ਸਰਦਾਰ ਸੀ ਸੁਚੇਤ ਸਿੰਘ ਉਹ ਲਾਹੌਰ ਦਰਬਾਰ ਦੀ ਸੇਵਾ ਵਿੱਚ ਸੀ, ਪਰ ਉਸ ਦੀਆਂ ਕੁਝ ਜਾਗੀਰਾਂ ਸਤਲੁਜ ਪਾਰ ਇਲਾਕਿਆਂ ਵਿੱਚ ਸੀ। 1844 ਦੇ ਵਿੱਚ ਜੋ ਸੁਚੇਤ ਸਿੰਘ ਹੈ ਉਸ ਦੀ ਮੌਤ ਹੋ ਗਈ ਸੀ। ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਦੇ ਵਿੱਚ ਛੱਡ ਗਿਆ ਸੀ। ਕਿਉਂ ਜੋ ਸੁਚੇਤ ਸਿੰਘ ਸੀ ਉਸ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਲਾਹੌਰ ਸਰਕਾਰ ਇਸ ਰਕਮ ਦੇ ਉੱਤੇ ਆਪਣਾ ਅਧਿਕਾਰ ਸਮਝਦੀ ਸੀ। ਪਰ ਜੋ ਬ੍ਰਿਟਿਸ਼ ਸਰਕਾਰ ਸੀ ਉਸਨੇ ਲਾਹੌਰ ਸਰਕਾਰ ਸੀ
ਉਸ ਦੇ ਅਧਿਕਾਰ ਨੂੰ ਉਦੋਂ ਤੱਕ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤੱਕ ਕਿਸੇ ਬ੍ਰਿਟਿਸ਼ ਅਦਾਲਤ ਦੇ ਵਿੱਚ ਇਸ ਦਾ ਫੈਸਲਾ ਨਾ ਹੋ ਜਾਵੇ। ਅਗਲਾ ਪੁਆਇੰਟ ਹੈ ਕਿ ਮੌਰਾ ਪਿੰਡ ਦੇ ਮਾਮਲੇ ਉੱਤੇ ਮਤਭੇਦ। ਜੋ ਮੌਰਾ ਨਾਮ ਦਾ ਪਿੰਡ ਸੀ ਨਾਭਾ ਰਾਜ ਦੇ ਵਿੱਚ ਸਥਿਤ ਸੀ। 1819 ਦੇ ਵਿੱਚ ਜੋ ਨਾਭਾ ਰਾਜ ਸੀ, ਨਾਭੇ ਦਾ ਰਾਜਾ ਸੀ ਰਾਜਾ ਜਸਵੰਤ ਸਿੰਘ, ਉਸਨੇ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ ਸੀ। ਮਹਾਰਾਜੇ ਨੇ ਇਸ ਨੂੰ ਅੱਗੋਂ ਇਨਾਮ ਵਜੋਂ ਸਰਦਾਰ ਧੰਨਾ ਸਿੰਘ ਨੂੰ ਦੇ ਦਿੱਤਾ ਸੀ। ਜੋ ਨਾਭਾ ਮੌਰਾ ਨਾਮ ਪਿੰਡ ਸੀ ਨਾਭਾ ਰਾਜ ਦਾ। 1843 ਦੇ ਵਿੱਚ ਨਾਭੇ ਦਾ ਰਾਜ ਸੀ ਜਿਹੜਾ ਦਵਿੰਦਰ ਸਿੰਘ ਕਿਸੇ ਕਾਰਨ ਧੰਨਾ ਸਿੰਘ ਤੋਂ ਨਾਰਾਜ਼ ਹੋ ਗਿਆ ਸੀ। ਉਸਨੇ ਮੌਰਾ ਪਿੰਡ ਨੂੰ ਆਪਣੇ ਅਧਿਕਾਰ ਹੇਠਾਂ ਲੈ ਲਿਆ ਸੀ। ਨਾਭਾ ਰਾਜ ਦੇ ਸੈਨਿਕਾਂ ਨੇ ਧੰਨਾ ਸਿੰਘ ਦਾ ਮਾਲ ਧਨ ਵੀ ਲੁੱਟ ਲਿਆ ਸੀ। ਇਹ ਇੱਕ ਅਨਿਆਂਪੂਰਨ ਅਤੇ ਅਨੁਸੂਚਿਤ ਕੰਮ ਸੀ। ਇਸ ਲਈ ਲਾਹੌਰ ਸਰਕਾਰ ਨੇ ਇਸ ਦਾ ਵਿਰੋਧ ਕੀਤਾ, ਪਰ ਅੰਗਰੇਜ਼ਾਂ ਨੇ ਨਾਭੇ ਦੇ ਰਾਜੇ ਦਾ ਜੋ ਉਹਨਾਂ ਦੀ ਰੱਖਿਆ ਅਧੀਨ ਸੀ ਪੱਖ ਲਿਆ ਉਸਦਾ, ਅਤੇ ਉਸ ਦੀ ਕਾਰਵਾਈ ਦੀ ਮਨਜ਼ੂਰੀ ਸੀ ਜਿਹੜੀ ਉਹ ਦੇ ਦਿੱਤੀ ਸੀ। ਅਗਲਾ ਪੁਆਇੰਟ ਹੈ ਕਿ ਲਾਲ ਸਿੰਘ ਅਤੇ ਤੇਜ ਸਿੰਘ ਦਾ ਸਿੱਖ ਸੈਨਾ ਨੂੰ ਉਕਸਾਉਣਾ। ਸਤੰਬਰ 1845 ਦੇ ਵਿੱਚ ਜੋ ਇੱਕ ਲਾਲ ਸਿੰਘ ਸੀ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਸੀ, ਤਾਂ ਉਸ ਦੇ ਵੇਲੇ ਹੀ ਤੇਜ ਸਿੰਘ ਸੀ ਜਿਹੜਾ ਸਿੱਖ ਸੈਨਾ ਦਾ ਪ੍ਰਧਾਨ ਸੈਨਾਪਤੀ ਥਾਪਿਆ ਗਿਆ ਸੀ। ਇਸ ਸਮੇਂ ਤੱਕ ਸਿੱਖ ਸੈਨਾ ਦੀ ਸ਼ਕਤੀ ਜਿਹੜੀ ਉਹ ਬਹੁਤ ਵੱਧ ਚੁੱਕੀ ਸੀ। ਰਾਜ ਦੇ ਸਭ ਮਹੱਤਵਪੂਰਨ ਨਿਰਣੇ ਸੈਨਾ ਦੇ ਪੰਚਾਂ ਦੁਆਰਾ ਕੀਤੇ ਜਾਂਦੇ ਸੀ। ਲਾਲ ਸਿੰਘ ਅਤੇ ਤੇਜ ਸਿੰਘ ਸੈਨਾ ਤੋਂ ਬਹੁਤ ਡਰਦੇ ਸੀ ਅਤੇ ਆਪਣਾ ਜੀਵਨ ਜਿਹੜਾ ਉਹ ਸੁਰੱਖਿਅਤ ਨਹੀਂ ਸਮਝਦੇ ਸੀ। ਜੋ ਇਹ ਵਿਸ਼ਵਾਸਘਾਤੀ ਸਰਦਾਰ ਸੀ ਗੁਪਤ ਰੂਪ ਦੇ ਵਿੱਚ ਅੰਗਰੇਜ਼ਾਂ ਨਾਲ ਮਿਲ ਗਏ। ਉਹਨਾਂ ਨੇ ਸਿੱਖ ਸੈਨਾ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਉਸਦੀ ਅੰਗਰੇਜ਼ਾਂ ਨਾਲ ਯੁੱਧ ਕਰਾਉਣ ਦੀ ਯੋਜਨਾ ਜਿਹੜੀ ਉਹ ਬਣਾ ਲਈ ਸੀ। ਉਹਨਾਂ ਨੇ ਸੈਨਾ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਇਆ, ਜਿਸ ਦੇ ਕਾਰਨ ਇਹ ਯੁੱਧ ਦਾ ਇੱਕ ਹੋਰ ਕਾਰਨ ਸਾਹਮਣੇ ਆਇਆ। ਧੰਨਵਾਦ।